ਜਿਹੜੇ ਕੰਮ ਅਸੀਂ ਦੋ ਬਾਹਾਂ ਵਾਲੇ ਨਹੀਂ ਨਾ ਕਰ ਸਕਦੇ, ਇਹ ਬੰਦਾ ਇੱਕ ਬਾਂਹ ਨਾਲ ਹੀ ਕਰ ਸਕਦਾ। तेरी उपमा तोहे बण आवे पले अमरदास गुण तेरे। ਛੋਟੇ ਹੁੰਦੇ ਜੀ ਮੈਂ ਖੇਡ ਰਿਹਾ ਸੀ ਤੇ ਪਾਣੀ ਪੀਣ ਵਾਸਤੇ ਗਿਆ ਸੀ ਤੇ ਮੋਟਰ ਦੇ ਉੱਤੇ ਡਿੱਗ ਗਿਆ ਸੀ, ਤਿਲਕ ਗਿਆ ਤੇ ਮੇਰੇ ਹੱਥ ਦੀ ਜਿਹੜੀ ਕਮੀਜ਼ ਦੀ ਕੱਪੜਾ ਸੀ ਉਹ ਉਹਦੇ ਨਾਲ ਲਪੇਟਿਆ ਗਿਆ ਤੇ ਉਹਦੇ ਕਰਕੇ ਫਿਰ ਉਹ ਸਾਰੀ ਬਾਂਹ ਹੀ ਉਹਦੇ ਨਾਲ ਲਪੇਟੀ ਗਈ ਤੇ ਨਸਾਂ ਨਹੀਂ ਰਹਿ ਗਈਆਂ। ਫਿਰ ਡਾਕਟਰਾਂ ਨੇ ਕੁਛ ਉਹਦੇ ਬਚ ਨਹੀਂ ਸਕਦੇ ਤੇ ਉਹਨਾਂ ਨੇ ਕੱਢ ਦਿੱਤੀ। ਮੈਂ ਬੜਾ ਹੈਰਾਨ ਹੋ ਗਿਆ। ਮੈਂ ਕਿਹਾ ਯਾਰ ਤੂੰ ਕੀਰਤਨ ਸਿੱਖਣਾ ਆਇਆ ਬੰਦਾ? ਹਾਂ। ਮੈਂ ਕਿਹਾ ਤੇਰੀ ਤੇ ਬਾਂਹ ਨਹੀਂ ਹੈਗੀ। ਇੱਦਾਂ ਇੱਕ ਵਾਰੀ ਕਹਿ ਕੇ ਮੈਂ ਚੁੱਪ ਕਰ ਗਿਆ। ਤਾਂ ਪਹਿਲਾਂ ਇਹਨੂੰ ਮੈਂ ਕਹਿਤਾ ਸੀਗਾ ਕਿ ਤੂੰ ਰਹਿਣ ਦੇ, ਤੇਰਾ ਹੱਥ ਕਹਿ ਤੂੰ ਕਿੱਦਾਂ ਆਵਾਜ਼ਾਂ ਬੰਨਿਆ ਕਰੇਗਾ, ਕਿੱਦਾਂ ਚੁੱਕਿਆ ਕਰੇਗਾ, ਤੂੰ ਚੱਲ ਜਾ ਵਾਪਸ। ਇਹਨੇ ਕਿਹਾ ਕਿ ਉਸਤਾਦ ਜੀ ਮੇਰੇ ਕੋਲ ਤਾਂ ਜਾਣ ਦਾ ਕਿਰਾਇਆ ਵੀ ਨਹੀਂ ਹੈਗਾ, ਘਰ ਦੇ ਗਰੀਬ ਨੇ, ਘਰ ਦੇ ਮੈਂ ਤਾਂ ਕਿਸੇ ਤੋਂ ਟਿਕਟ ਫੜ ਕੇ ਲੈ ਕੇ ਆਇਆ, ਪੈਸੇ ਫੜ ਕੇ ਲੈ ਕੇ ਆਇਆ। ਪਹਿਲਾਂ ਆਉਂਦੀ ਹੁੰਦੀ ਸੀ ਕਾਫੀ, ਜਦੋਂ ਸਟਾਰਟ ਕੀਤਾ ਸੀ ਉਦੋਂ ਦਰਦ ਹੁੰਦੀ ਸੀ, ਪਰ ਹੁਣ ਕੋਈ ਪ੍ਰੋਬਲਮ ਨਹੀਂ ਹੈਗੀ। ਹੁਣ ਭਾਵੇਂ ਮੈਂ ਸਾਰੀ ਦਿਹਾੜੀ ਵੀ ਕਰਦਾ ਰਹਾਂ ਜਾਂ ਤੇ ਫਿਰ ਕੋਈ ਪ੍ਰੋਬਲਮ ਨਹੀਂ ਹੁੰਦੀ। ਜਿਹੜੇ ਪਹਿਲਾਂ ਬੋਲਦੇ ਨਹੀਂ ਹੁੰਦੇ ਸੀ ਪਿੰਡ ਵਾਲੇ ਜਾਂ ਰਿਸ਼ਤੇਦਾਰ, ਉਹ ਵੀ ਹੁਣ ਘਰ ਆਉਂਦੇ ਨੇ, ਬੁਲਾਉਂਦੇ ਨੇ ਜਾਂ ਮੈਨੂੰ ਵੀ ਫੋਨ ਕਰਦੇ ਨੇ। ਜਦੋਂ ਸਾਨੂੰ ਉਸਤਾਦ ਜੀ ਉਹਨਾਂ ਨੇ ਬਾਹਰ ਭੇਜਿਆ ਸੀ, ਜਿਨ੍ਹਾਂ ਨੇ ਕਦੇ ਪੁੱਛਿਆ ਨਹੀਂ ਸੀ, ਉਹ ਵੀ ਫਿਰ ਫੋਨ ਕਰਦੇ ਸੀ ਜਾਂ ਬੁਲਾਉਂਦੇ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਸੁਰਖਾਬ ਟੀਵੀ ਤਾਂ ਮੈਂ ਹਾਂ ਮੁਕੇਸ਼ ਮਹਿਰਾ। ਅਕਸਰ ਹੀ ਜਦੋਂ ਲੋਕ ਅਪਾਹਿਜ ਹੋ ਜਾਂਦੇ ਹਨ ਤੇ ਉਹ ਆਪਣੇ ਆਪ ਤੋਂ ਨਫ਼ਰਤ ਕਰਨੀ ਸ਼ੁਰੂ ਕਰ ਦਿੰਦੇ, ਕਿਉਂਕਿ ਸਮਾਜ ਦੇ ਲੋਕ ਜਿਹੜੇ ਆ ਉਹਨਾਂ ਨੂੰ ਪਸੰਦ ਕਰਨਾ ਜਿਹੜਾ ਘੱਟ ਕਰਦੇ ਆ। ਲੇਕਿਨ ਕੁਝ ਲੋਕ ਅਸੀਂ ਅਜਿਹੇ ਵੀ ਦੇਖੇ ਜੋ ਕੰਮਕਾਰ ਛੱਡ ਕੇ ਅਤੇ ਮੰਗਣ ਦੇ ਰਾਹ 'ਤੇ ਤੁਰ ਪੈਂਦੇ ਆ। ਲੇਕਿਨ ਅੱਜ ਜਿਹੜੀ ਖਬਰ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ, ਇਹ ਉਹ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਹੋਵੇਗੀ। ਜੀ ਹਾਂ, ਇੱਕ ਨੌਜਵਾਨ ਹੈ ਮਨਪ੍ਰੀਤ, ਜੋ ਕਿ ਜਿਸ ਦੀ ਬਾਜੂ ਨਹੀਂ ਹੈ, ਅਪਾਹਿਜ ਦਾ, ਲੇਕਿਨ ਉਹ ਇੰਨਾ ਰਸ ਇੰਨਾ ਕੀਰਤਨ ਕਰਦਾ ਹੈ ਕਿ ਜਿਸ ਨੂੰ ਸੁਣ ਕੇ ਸੰਗਤ ਨਿਹਾਲ ਹੋ ਜਾਂਦੀ ਹੈ। ਤਾਂ ਪਹਿਲਾਂ ਤਸਵੀਰ ਅਸੀਂ ਤੁਹਾਨੂੰ ਮਨਪ੍ਰੀਤ ਦੀ ਦਿਖਾ ਦਿੰਦੇ ਹਾਂ ਤੇ ਅਸੀਂ ਇਹਨਾਂ ਕੋਲ ਰਸ ਭਰਾ ਜਿਹੜਾ ਕੀਰਤਨ ਹੈ ਉਹ ਵੀ ਸੁਣਾਂਗੇ ਤੇ ਇੱਕ ਸ਼ਬਦ ਜਿਹੜਾ ਇਹ ਗਾਇਨ ਕਰਨਗੇ ਤੇ ਅਸੀਂ ਉਸ ਸ਼ਬਦ ਦਾ ਸਰਵਣ ਜਿਹੜਾ ਕਰਾਂਗੇ ਸ਼ੁਰੂਆਤ 'ਚ। ਹਾਂਜੀ ਮਨਪ੍ਰੀਤ ਜੀ, ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮਨਪ੍ਰੀਤ ਜੀ, ਸ਼ੁਰੂਆਤ ਤੋਂ ਪਹਿਲੇ ਇੱਕ ਤੁਹਾਡੇ ਕੋਲ ਅਸੀਂ ਸ਼ਬਦ ਸੁਣਨਾ ਚਾਹਾਂਗੇ, ਉਸ ਤੋਂ ਬਾਅਦ ਅਸੀਂ ਗੱਲਬਾਤ ਜਿਹੜੀ ਅੱਗੇ ਤੁਹਾਡੇ ਨਾਲ ਕਰਦੇ ਹਾਂ। ਤੇਰੀ ਉਪਮਾ ਤੋਹੇ ਬਣ ਆਵੇ ਬਣ ਆਵੇ ਪਲੇ ਅਮਰਦਾਸ ਗੁਣ ਤੇਰੇ। ਪਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ, ਤੇਰੀ ਉਪਮਾ ਤੋਹੇ ਬਣ ਆਵੇ। ਕੰਨ ਹਰ ਬੂੰਦ ਬਸੋਰੋ ਮਾਵਲ, ਕੰਨ ਹਰ ਬੂੰਦ ਬਸੋਰੋ ਮਾਵਲ, ਕੁਸਮ ਬਸੰਤ ਗਨਤ ਨਾ ਆਵੇ।
ਮੌਸਮ ਬਸੰਤ ਗਨੰਤ ਨਾ ਆਵੇ ਤੇਰੀ ਉਪਮਾ ਤੋਹੇ ਬਣ ਆਵੇ ਤੇਰੀ ਉਪਮਾ ਤੋਹੇ ਬਣ ਆਵੇ ਪਲੇ ਅਮਰਦਾਸ ਗੁਣ ਤੇਰੇ ਪੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੇ। ਬਹੁਤ ਰਸ ਭੰਨਾ ਜਿਹੜਾ ਕੀਰਤਨ ਹੈ ਮਨਪ੍ਰੀਤ ਵੱਲੋਂ ਗਾਇਨ ਕੀਤਾ ਗਿਆ। ਗੱਲਬਾਤ ਕਰਦੇ ਮਨਪ੍ਰੀਤ ਜੀ, ਕਿਸ ਤਰ੍ਹਾਂ ਜਿਹੜੀ ਇਹ ਬਾਜ਼ੂ ਕੱਟੀ ਤੁਹਾਡੀ, ਪਹਿਲੇ ਇਹ ਦੱਸੋ। ਇਹ ਛੋਟੇ ਹੁੰਦਿਆਂ ਜੀ ਮੈਂ ਖੇਡ ਰਿਹਾ ਸੀ ਤੇ ਪਾਣੀ ਪੀਣ ਵਾਸਤੇ ਗਿਆ ਸੀ ਤੇ ਮੋਟਰ ਦੇ ਉੱਤੇ ਡਿੱਗ ਗਿਆ ਸੀ ਤਿਲਕ ਕੇ, ਤੇ ਮੇਰੇ ਹੱਥ ਦੀ ਜਿਹੜੀ ਕਮੀਜ਼ ਦੀ ਕੱਪੜਾ ਸੀ ਉਹ ਉਹਦੇ ਨਾਲ ਲਪੇਟਿਆ ਗਿਆ ਤੇ ਉਹਦੇ ਕਰਕੇ ਫਿਰ ਉਹ ਸਾਰੀ ਬਾਂਹ ਹੀ ਉਹਦੇ ਨਾਲ ਲਪੇਟੀ ਗਈ ਤੇ ਨਸਾਂ ਨਹੀਂ ਰਹਿ ਗਈਆਂ ਸੀ। ਫਿਰ ਡਾਕਟਰਾਂ ਨੇ ਕੁਛ ਉਹਦੇ ਬਚ ਨਹੀਂ ਸਕਦੀ ਤੇ ਉਹਨਾਂ ਨੇ ਕੱਟਤੀ ਜੀ। ਫਿਰ ਜੀ ਅਕਸਰ ਹੀ ਕਹਿੰਦੇ ਆ ਕਿ ਪਰਮਾਤਮਾ ਜੋ ਕਰਦਾ ਸਾਡੇ ਭਲੇ ਲਈ ਕਰਦਾ, ਸਾਡੇ ਚੰਗੇ ਲਈ ਕਰਦਾ। ਜਦੋਂ ਬਾਜੂ ਕੱਟੀ ਹੋਣੀ, ਨਿਰਾਸ਼ਾ ਤੇ ਉਦੋਂ ਹੋਈ ਹੋਣੀ, ਪਰਮਾਤਮਾ ਨਾਲ ਗੁੱਸਾ ਵੀ ਆਇਆ ਹੋਣਾ, ਪਰ ਪਤਾ ਸੀ ਕਿ ਪਰਮਾਤਮਾ ਨੇ ਆਪਣੇ ਨਾਲ ਇੰਨਾ ਲੜਨਾ ਲਾ ਕੇ ਰੱਖਣਾ ਕਿ ਕੀਰਤਨ ਕਰੋਗੇ, ਕਿ ਪਰਮਾਤਮਾ ਦਾ ਸ਼ੁਕਰਾਨਾ ਕਰੋਗੇ ਕਿ ਠੀਕ ਹੈ ਵੀ ਤੁਹਾਡੇ ਭਲੇ 'ਚ ਅਸੀਂ ਰਾਜੀ ਹਾਂ, ਤੇ ਅੱਜ ਪਰਮਾਤਮਾ ਨੇ ਆਪਣੇ ਚਰਨਾਂ ਨਾਲ ਲਾ ਕੇ ਰੱਖਿਆ ਹੋਇਆ। ਨਹੀਂ ਜੀ, ਇਹ ਤਾਂ ਮੈਂ ਮੰਨਦਾ ਕਿ ਜੇ ਮੇਰੀ ਬਾਂਹ ਹੁੰਦੀ ਤੇ ਫਿਰ ਮੈਂ ਇਸ ਲਾਈਨ ਦੇ ਵਿੱਚ ਕਦੇ ਨਹੀਂ ਮੈਨੂੰ ਕਿਸੇ ਨੇ ਲਾਉਣਾ ਸੀ ਕਿ ਨਾ ਸਾਡੇ ਘਰ ਦੇ ਵਿੱਚ ਇਸ ਲਾਈਨ 'ਚ ਹੈਗੇ ਆ। ਤੇ ਬਾਂਹ ਕੱਟੀ ਗਈ ਤੇ ਫਿਰ ਮੈਨੂੰ ਆਪ ਇੱਧਰ ਮਹਾਰਾਜ ਨੇ ਲਿਆਂਦਾ ਜੀ। ਤਾਂ ਪਰਮਾਤਮਾ ਦਾ ਇਹ ਕਹਿੰਦੇ ਨਾ ਸ਼ੁਕਰਾਨਾ ਹਰ ਵੇਲੇ ਕਰਨਾ ਚਾਹੀਦਾ, ਚਾਹੇ ਦੁੱਖ ਹੋਵੇ ਚਾਹੇ ਸੁੱਖ ਹੋਵੇ। ਅਗਰ ਬਾਜੂ ਨਹੀਂ ਹੈ ਤੇ ਪਰਮਾਤਮਾ ਨੇ ਫਿਰ ਵੀ ਤੁਹਾਨੂੰ ਇੰਨੇ ਜੋਗਾ ਰੱਖਿਆ ਕਿ ਅੱਜ ਦੇਸ਼ਾਂ ਵਿਦੇਸ਼ਾਂ 'ਚ ਤੁਹਾਡੇ ਜਿਹੜੀ ਹੈ ਕੀਰਤਨ ਦੇ ਚਰਚੇ ਹੈ, ਲੋਕ ਤੁਹਾਨੂੰ ਸੱਦਦੇ ਹੈ, ਤੁਹਾਡਾ ਕੀਰਤਨ ਸੁਣਦੇ ਹੈ ਨਾ। ਅਤੇ ਕਿੰਨੀ ਕੁ ਮਨ ਨੂੰ ਖੁਸ਼ੀ ਹੁੰਦੀ ਜਦੋਂ ਇਸ ਤਰ੍ਹਾਂ ਤੁਹਾਡੇ ਨਾਮ ਦੇ ਜਦੋਂ ਚਰਚਾ ਹੁੰਦੀ? ਖੁਸ਼ੀ ਹੁੰਦੀ ਜੀ ਕਿ ਜਦੋਂ ਮਤਲਬ ਉਸਤਾਦ ਜੀ ਉਹਨਾਂ ਨੇ ਇੰਨੀ ਮਿਹਨਤ ਮੈਨੂੰ ਕਰਾਈ ਹੈ, ਫਿਰ ਹੋਰ ਵੀ ਜ਼ਿਆਦਾ ਖੁਸ਼ੀ ਹੁੰਦੀ ਉਸਤਾਦ ਜੀ ਉਹਨਾਂ ਦੇ ਕਰਕੇ ਵੀ ਕਿ ਉਹਨਾਂ ਨੇ ਇੰਨਾ ਸਾਨੂੰ ਸਿਖਾਇਆ ਕਿ ਇਸ ਲਾਇਕ ਬਣਾਇਆ ਕਿ ਸਾਡੇ 'ਤੇ ਮਿਹਨਤ ਕੀਤੀ। ਤਾਂ ਤੁਹਾਡੇ ਉਸਤਾਦ ਜੀ ਭਾਈ ਗੁਰਦੇਵ ਸਿੰਘ ਜੀ ਜੋ ਰਾਗੀ ਹੈ ਸੱਚਖੰਡ ਸ੍ਰੀ ਹਜ਼ੂਰੀ ਦਰਬਾਰ ਸਾਹਿਬ ਦੇ ਹਨ, ਉਹਨਾਂ ਨਾਲ ਕਿਸ ਤਰ੍ਹਾਂ ਤੁਹਾਡਾ ਮਿਲਣਾ ਹੋਇਆ, ਕਿਸ ਤਰ੍ਹਾਂ ਸਬੱਬ ਬਣਿਆ ਕਿ ਤੁਸੀਂ ਉਹਨਾਂ ਕੋਲ ਆਏ? ਕੀਰਤਨ ਸੁਣਦਾ ਹੁੰਦਾ ਸੀ ਜੀ ਮੈਂ, YouTube ਤੋਂ ਮੈਂ ਸੁਣਿਆ ਸੀ ਕੀਰਤਨ ਉਸਤਾਦ ਜੀ ਉਹਨਾਂ ਦਾ, ਅਤੇ ਉਹ ਤੋਂ ਫਿਰ ਮੈਂ ਨੰਬਰ ਲੈ ਕੇ ਅਤੇ ਫਿਰ ਫੋਨ ਕੀਤਾ ਸੀ ਉਸਤਾਦ ਜੀ ਨੂੰ, ਅਤੇ ਫਿਰ ਉਸਤਾਦ ਜੀ ਨਾਲ ਗੱਲ ਕਰਕੇ ਅਤੇ ਫਿਰ ਮੈਂ ਅੰਮ੍ਰਿਤਸਰ ਆਇਆ ਸੀ। ਮੈਂ ਬਿਨਾਂ ਦੱਸੇ ਹੀ ਆਇਆ ਸੀ ਕਿ ਮੇਰਾ ਬਾਂਹ ਹੈ ਨਹੀਂ ਆ, ਅਤੇ ਇੱਥੇ ਆ ਕੇ ਫਿਰ ਉਸਤਾਦ ਜੀ ਨੂੰ ਪਤਾ ਲੱਗਾ ਜੀ। ਘਰ ਦੇ ਹਾਲਾਤ ਕਿਸ ਤਰ੍ਹਾਂ ਦੇ ਸੀ? ਕਿਉਂਕਿ ਅਗਰ ਬਾਜੂ ਸੀ ਉਦੋਂ ਦੇ ਜਾਂ ਬਾਅਦ 'ਚੋਂ, ਫਿਰ ਘਰ ਦੇ ਹਾਲਾਤ ਕੀ ਸੀ ਤੁਹਾਡੇ? ਘਰ ਦੇ ਹਾਲਾਤ ਬਹੁਤ ਹੀ ਜ਼ਿਆਦਾ ਖ਼ਰਾਬ ਸੀ ਜਦੋਂ ਹੱਥ 'ਤੇ ਹੋਇਆ ਸੀ ਪ੍ਰੋਬਲਮ, ਅਤੇ ਉਸ ਤੋਂ ਬਾਅਦ ਫਿਰ ਉੱਥੇ ਇੱਦਾਂ ਦੇ ਹਾਲਾਤ ਸੀ ਕਿ ਪੜ੍ਹਨ ਲੈ ਕੇ ਸਕੂਲ ਨਹੀਂ ਹੈਗੇ ਸੀ ਲਾਗੇ। ਫਿਰ ਮੈਨੂੰ ਕਲਕੱਤੇ ਜਾਣਾ ਪਿਆ ਸੀ ਨਾਨਾ ਨਾਨੀ ਦੇ ਕੋਲ, ਉੱਥੇ ਸਟੱਡੀ ਕੀਤੀ ਫਿਰ ਮੈਂ ਸਾਰਾ, ਅਤੇ ਉੱਥੇ ਸਟੱਡੀ ਕਰਦੇ, ਗੁਰਦੁਆਰੇ 'ਚ ਸੇਵਾ ਕਰਦੇ, ਅਤੇ ਫਿਰ ਉਸਤਾਦ ਜੀ ਉਹਨਾਂ ਨਾਲ ਫੋਨ 'ਤੇ ਗੱਲ ਹੋ ਗਈ ਸੀ ਇੱਕ ਅਚਾਨਕ। ਜਦੋਂ ਅੰਗਹੀਨ ਹੋ ਗਏ ਸੀ ਤੁਸੀਂ, ਉਦੋਂ ਰਿਸ਼ਤੇਦਾਰ ਯਾਰ ਦੋਸਤ ਸਾਰੇ ਮੂੰਹ ਮੋੜ ਜਾਂਦੇ ਸੀ। ਹੁਣ ਇਸ ਸਟੇਜ 'ਤੇ ਜੇ ਤੁਸੀਂ ਵਧੀਆ ਕੀਰਤਨ ਕਰਦੇ ਜੇ, ਹੁਣ ਪਰਿਵਾਰ ਦਾ ਕੀ ਸਹਿਯੋਗ ਹੈ ਅਤੇ ਰਿਸ਼ਤੇਦਾਰਾਂ ਕੀ ਬੋਲਚਾਲ ਹੈ? ਹਾਂਜੀ, ਜਿਹੜੇ ਪਹਿਲਾਂ ਬੋਲਦੇ ਨਹੀਂ ਹੁੰਦੇ ਸੀ ਪਿੰਡ ਵਾਲੇ ਜਾਂ ਰਿਸ਼ਤੇਦਾਰ, ਉਹ ਵੀ ਹੁਣ ਘਰ ਆਉਂਦੇ ਨੇ, ਬੁਲਾਉਂਦੇ ਨੇ ਜਾਂ ਮੈਨੂੰ ਵੀ ਫੋਨ ਕਰਦੇ ਨੇ। ਜਦੋਂ ਸਾਨੂੰ ਉਸਤਾਦ ਜੀ ਉਹਨਾਂ ਨੇ ਬਾਹਰ ਭੇਜਿਆ ਸੀ, ਜਿਨ੍ਹਾਂ ਨੇ ਕਦੇ ਪੁੱਛਿਆ ਨਹੀਂ ਸੀ, ਉਹ ਵੀ ਫਿਰ ਫੋਨ ਕਰਦੇ ਸੀ ਜਾਂ ਬੁਲਾਉਂਦੇ ਸੀ। ਵਿਦੇਸ਼ ਕਿਹੜੀ ਕਿਹੜੀ ਜਗ੍ਹਾ 'ਤੇ ਗਏ ਜੇ, ਕਿੰਨੀ ਵਾਰੀ ਵਿਦੇਸ਼ ਗਏ ਅਤੇ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਰਿਹਾ ਵਿਦੇਸ਼ ਦਾ? ਅਜੇ ਪਹਿਲੀ ਵਾਰੀ ਆਸਟ੍ਰੇਲੀਆ ਗਏ ਸੀ ਜੀ, ਉੱਥੇ ਪਹਿਲੀ ਵਾਰੀ ਗਏ ਸੀ ਗੋਲਡ ਕੋਸਟ ਗੁਰਦੁਆਰਾ। ਜਿਹੜਾ ਵੀ ਕੀਰਤਨੀਆ ਹੁੰਦਾ ਉਹਦਾ ਇੱਕ ਸੁਪਨਾ ਹੁੰਦਾ ਕਿ ਉਹ ਸੱਚਖੰਡ ਸ੍ਰੀ ਦਰਬਾਰ ਸਾਹਿਬ 'ਚ ਕੀਰਤਨ ਕਰੇ। ਕਿ ਤੁਹਾਡਾ ਵੀ ਇਸ ਤਰ੍ਹਾਂ ਦਾ ਸੁਪਨਾ ਹੈ ਕਿ ਜ਼ਿੰਦਗੀ 'ਚ ਮੌਕਾ ਮਿਲੇ ਅਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ 'ਚ ਜਾ ਕੇ ਕੀਰਤਨ ਕੀਤਾ ਜਾਏ? ਹਾਂਜੀ, ਸੁਪਨਾ ਹੈਗਾ, ਜੇ ਮਹਾਰਾਜ ਕਿਰਪਾ ਕਰਨ ਤਾਂ ਫਿਰ ਜ਼ਰੂਰ ਕਰਾਂਗੇ ਜੀ। ਤਾਂ ਇਹ ਮਨਪ੍ਰੀਤ ਸਿੰਘ ਜੋ ਕਿ ਅੰਗਹੀਨ ਅਤੇ ਪੈਰ ਦੇ ਨਾਲ ਜਿਹੜਾ ਹੈ ਕੀਰਤਨ ਕਰਦਾ ਹੈ। ਮਨਪ੍ਰੀਤ ਜੀ, ਅਕਸਰ ਹੀ ਸੁਣਦੇ ਹਾਂ ਕਿ ਜਦੋਂ ਹੱਥ ਨਾਲ ਇਹ ਪੱਖਾ ਜਦੋਂ ਕਰਦੇ ਆ ਤਾਂ ਹੱਥ ਆਕੜ ਜਾਂਦੇ ਆ, ਕਿ ਜੇ ਤੁਸੀਂ ਪੈਰ ਨਾਲ ਕਰਦੇ ਜਾਂ ਪ੍ਰੋਬਲਮ ਨਹੀਂ ਆਉਂਦੀ ਕੋਈ? ਪਹਿਲਾਂ ਆਉਂਦੀ ਹੁੰਦੀ ਸੀ ਕਾਫੀ, ਜਦੋਂ ਸਟਾਰਟ ਕੀਤਾ ਸੀ ਉਦੋਂ ਦਰਦ ਹੁੰਦੀ ਸੀ,
ਪਰ ਹੁਣ ਕੋਈ ਪ੍ਰੋਬਲਮ ਨਹੀਂ ਹੈਗੀ। ਹੁਣ ਭਾਵੇਂ ਮੈਂ ਸਾਰੀ ਦਿਹਾੜੀ ਵੀ ਕਰਦਾ ਰਹਾਂ ਜਾਂ ਤੇ ਫਿਰ ਕੋਈ ਪ੍ਰੋਬਲਮ ਨਹੀਂ ਹੁੰਦੀ ਹੁਣ। ਅਗਰ ਲਗਾਤਾਰ ਕੀਰਤਨ ਕਰਨਾ ਹੋਵੇ ਤੇ ਕਿੰਨੀ ਦੇਰ ਕੀਰਤਨ ਤੁਸੀਂ ਪੈਰ ਨਾਲ ਕਰ ਸਕਦੇ ਜੇ ਜਿਹੜਾ ਹਾਰਮੋਨੀਅਮ ਪਲੇ ਕਰ ਸਕਦੇ ਜੀ ਲਗਾਤਾਰ ਮੈਂ 4-4 ਘੰਟੇ ਵੀ ਕੀਤਾ ਜੀ, 3-3 4-4 ਘੰਟੇ ਵੀ ਕੀਰਤਨ ਕੀਤਾ ਜੀ ਗੋਲਡ ਕੋਸਟ ਗੁਰਦੁਆਰੇ ਆਸਟ੍ਰੇਲੀਆ ਦੇ ਵਿੱਚ। ਜਾਂ ਇੱਥੇ ਵੀ ਅਸੀਂ ਪ੍ਰੈਕਟਿਸ ਕਰਦੇ ਹੁੰਦੇ ਹਾਂ ਤੇ ਉਦੋਂ 3-3 4-4 ਘੰਟੇ ਤੱਕ। ਜੀ ਜੀ। ਤਾਂ ਮਨਪ੍ਰੀਤ ਸਿੰਘ ਤੇ ਗੁਰੂ ਰਾਮਦਾਸ ਜੀ ਨੇ ਅਜਿਹੀ ਕਿਰਪਾ ਕੀਤੀ ਹੋਈ ਹੈ ਕਿ ਚਾਹੇ ਬਾਜੂ ਨਹੀਂ ਹੈ, ਬਾਂਹ ਨਹੀਂ ਹੈ, ਲੇਕਿਨ ਪੈਰ ਨਾਲ ਹਾਰਮੋਨੀਅਮ ਪਲੇ ਕਰਦਾ ਤੇ ਲਗਾਤਾਰ 3-3 4-4 ਘੰਟੇ ਬਿਨਾਂ ਰੁਕੇ ਜਿਹੜਾ ਹਾਰਮੋਨੀਅਮ ਹੈ ਉਹ ਪਲੇ ਕਰ ਦਿੰਦੇ। ਤਾਂ ਇਹਨਾਂ ਦੇ ਉਸਤਾਦ ਜੀ ਵੀ ਸਾਡੇ ਨਾਲ ਮੌਜੂਦ ਹੈ, ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ। ਦੱਸਿਆ ਮਨਪ੍ਰੀਤ ਨੇ ਕਿ ਜਦੋਂ ਤੁਹਾਡੇ ਕੋਲ ਸਿੱਖਣ ਲਈ ਆਇਆ ਤਾਂ ਫੋਨ ਤੇ ਗੱਲਬਾਤ ਹੋਈ ਤਾਂ ਦੱਸਿਆ ਨਹੀਂ ਕਿ ਬਾਜੂ ਨਹੀਂ ਹੈ। ਫਿਰ ਜਦੋਂ ਇੱਥੇ ਤੁਹਾਡੇ ਕੋਲ ਆਇਆ ਤੇ ਤੁਹਾਡਾ ਮਤਲਬ ਕਿ ਕਿਸ ਤਰ੍ਹਾਂ ਦਾ ਰਿਹਾ ਐਕਸਪੀਰੀਅੰਸ? ਜਿਸ ਤਰ੍ਹਾਂ ਕਿ ਬੰਦਾ ਦੰਗ ਹੋ ਜਾਂਦਾ ਕਿ ਉਹ ਹਾਲਾਤ ਸੀ, ਜਾਂ ਤੁਸੀਂ ਕਿਹਾ ਕੋਈ ਨਹੀਂ ਬਾਜੂ ਨਹੀਂ ਹੈਗੀ ਤੇ ਆ ਜਾ, ਕੋਈ ਨਹੀਂ ਅਸੀਂ ਸਿਖਾ ਦਿੰਦੇ ਨਹੀਂ ਜੀ, ਮੈਂ ਵੀ ਬੜਾ ਹੈਰਾਨ ਹੋ ਗਿਆ ਸੀਗਾ ਜੀ। ਮੈਂ ਜਦੋਂ ਇਹਨੇ ਮੈਨੂੰ ਫੋਨ ਕੀਤਾ ਸੀ ਕਲਕੱਤੇ ਤੋਂ, ਤੇ ਮੈਂ ਇਸ ਬੱਚੇ ਨੂੰ ਪੁੱਛਿਆ ਸੀ, ਬੇਟਾ ਤੈਨੂੰ ਮਾੜਾ ਜਿਹਾ ਤੂੰ ਗੁਣਗੁਣਾ ਹਾਂ ਵੀ ਇੱਥੇ ਆਵੇਂ ਤੇਰਾ ਗਲਾ ਇੰਨਾ ਕੰਮ ਕਰੇ ਤੇ ਫਾਇਦਾ ਕੋਈ ਨਹੀਂ। ਇਹਨੇ ਮੈਨੂੰ ਉੱਥੇ ਗੁਰਪੂਰੇ ਮੇਰੀ ਰਾਖ ਲਈ ਭਾਈ ਰਵਿੰਦਰ ਸਿੰਘ ਦਾ ਗਾਇਆ ਸ਼ਬਦ ਜਦੋਂ ਸੁਣਾਇਆ ਤੇ ਮੈਂ ਇਹਨੂੰ ਓਕੇ ਕਰਤਾ। ਮੈਂ ਕਿਹਾ ਤੂੰ ਬੇਟਾ ਆ ਜਾ, ਕੋਈ ਗੱਲ ਨਹੀਂ। ਤੇ ਜਦੋਂ ਇਹ ਸਾਡੇ ਘਰ ਇੱਥੇ ਡ੍ਰੀਮ ਸਿਟੀ ਪਹੁੰਚਦਾ ਤੇ ਮੈਂ ਉਦੋਂ ਬਾਹਰ ਸੀ, ਘਰ ਨਹੀਂ ਸੀਗਾ। ਜਦ ਇਹ ਮੈਂ ਗੱਡੀ ਡੱਕ ਕੇ ਉੱਤਰ ਕੇ ਘਰ ਜਾ ਰਿਹਾ ਸੀ, ਇਹਨੇ ਮੈਨੂੰ ਕਿਹਾ ਜੀ ਮੈਂ ਜੀ ਮਨਪ੍ਰੀਤ ਸਿੰਘ, ਮੈਂ ਕਲਕੱਤੇ ਤੋਂ ਤੁਹਾਨੂੰ ਮਿਲਣਾ ਹੈ। ਮੈਂ ਬੜਾ ਹੈਰਾਨ ਹੋ ਗਿਆ। ਮੈਂ ਕਿਹਾ ਯਾਰ ਤੂੰ ਕੀਰਤਨ ਸਿੱਖਣਾ ਹੈ? ਆਂਦਾ ਹਾਂ। ਮੈਂ ਕਿਹਾ ਤੇਰੀ ਤਾਂ ਬਾਂਹ ਨਹੀਂ ਹੈਗੀ। ਇੱਦਾਂ ਇੱਕ ਵਾਰੀ ਕਹਿ ਕੇ ਮੈਂ ਚੁੱਪ ਕਰ ਗਿਆ। ਫਿਰ ਇਹਨੂੰ ਮੈਂ ਅੰਦਰ ਜਦੋਂ ਜਲ ਪਾਣੀ ਛਕਾ ਕੇ ਤੇ ਜਿਵੇਂ ਆਪਾਂ ਕਿਸੇ ਦਾ ਟੈਸਟ ਲੈਂਦੇ ਹਾਂ ਤੇ ਮੈਂ ਇੱਦਾਂ ਆਵਾਜ਼ਾਂ ਫੜ ਕੇ ਤੇ ਇਹਨੂੰ ਮੈਂ ਕਹਾਂ ਸਾ ਕਹਿ, ਇਹਨੇ ਸਾ ਕਿਹਾ। ਮੈਂ ਕਿਹਾ ਆਵਾਜ਼ ਤਾਂ ਚਲੋ ਠੀਕ ਹੈ, ਰਲਦੀ ਹੈ। ਇਸ ਤਰ੍ਹਾਂ ਮੇਰੇ ਲਾਗੇ ਬੈਠਾ ਸੀਗਾ। ਮੈਂ ਇਹਨੂੰ ਵੀ ਨਹੀਂ ਦੱਸਿਆ ਤੇ ਮੈਂ ਇਹਦੀ ਐਂ ਲੱਤ ਫੜ ਕੇ ਆ ਵੀ ਐਂ ਕਰਕੇ ਤੇ ਮੈਂ ਜਰਾ ਇੱਥੋਂ ਐਂ ਅੜਾ ਹਾਂ ਭਲਾ ਮਾੜਾ ਜਿਹਾ, ਤੇ ਐਂ ਕਰਕੇ ਮੈਂ ਕਿਹਾ ਤੂੰ ਨੱਪ ਹਾਂ। ਇਹਨੇ 2 ਵਾਰੀ ਜਦੋਂ ਐਂ ਕੀਤਾ ਨਾ, 2 ਵਾਰੀ ਇਹਨੂੰ ਮੈਂ ਕਰਨ ਲਈ ਕਿਹਾ, ਇਹਨੇ 2 ਵਾਰੀ ਕੀਤਾ। ਤੇ ਜਿਸ ਤਰ੍ਹਾਂ ਆਪਾਂ ਹੱਥ ਨਾਲ ਐਂ ਪੱਖਾ ਮਾਰਦੇ ਤੇ ਆ ਮਾਰ ਕੇ ਵਿਖਾਈ ਬੇਟਾ, ਪੱਖਾ ਮਾਰ ਕੇ ਵਿਖਾਈ, ਆਹ ਦੇਖੋ ਆਹ ਦੇਖੋ। ਇੱਦਾਂ ਨੇ ਜਦੋਂ ਪੱਖਾ ਮਾਰ ਲਿਆ, ਮੈਂ ਕਿਹਾ ਯਾਰ ਹੱਥ ਵਾਲਾ ਕੰਮ ਤੇ ਤੂੰ ਪੈਰ ਨਾ ਕਰੀ ਜਾਂਦਾ। ਤੇ ਫਿਰ ਮੈਂ ਇਹਨੂੰ ਕਿਹਾ, ਮੈਂ ਕਿਹਾ ਯਾਰ ਤੂੰ ਬੇਟਾ ਤੂੰ ਸਿੱਖ ਸਕਦਾ। ਪਹਿਲਾਂ ਇਹਨੂੰ ਮੈਂ ਕਹਿਤਾ ਸੀਗਾ ਕਿ ਤੂੰ ਰਹਿਣ ਦੇ, ਤੇਰਾ ਹੱਥ ਇੱਕ ਹੈ, ਤੂੰ ਕਿੱਦਾਂ ਆਵਾਜ਼ਾਂ ਬੰਨਿਆ ਕਰੇਗਾ, ਕਿੱਦਾਂ ਚੁੱਕਿਆ ਕਰੇਗਾ, ਤੂੰ ਚੱਲ ਜਾ ਵਾਪਸ। ਇਹਨੇ ਕਿਹਾ ਕਿ ਉਸਤਾਦ ਜੀ ਮੇਰੇ ਕੋਲ ਤਾਂ ਜਾਣ ਦਾ ਕਿਰਾਇਆ ਵੀ ਨਹੀਂ ਹੈਗਾ, ਘਰ ਦੇ ਗਰੀਬ ਨੇ, ਘਰ ਦੇ ਮੈਂ ਤਾਂ ਕਿਸੇ ਤੋਂ ਟਿਕਟ ਫੜ ਕੇ ਲੈ ਕੇ ਆਇਆ, ਪੈਸੇ ਫੜ ਕੇ ਲੈ ਕੇ ਆਇਆ। ਫਿਰ ਉਹਨੂੰ ਮੈਂ ਰੱਖਿਆ ਆਪਣੇ ਕੋਲ ਪਿਛਲੇ 2-2.5-3 ਸਾਲ ਤੋਂ ਮੇਰੇ ਕੋਲ ਹੀ ਆਇਆ ਅਤੇ ਮੈਂ ਇਹਨੂੰ ਸਿਖਾਇਆ। ਵਾਹਿਗੁਰੂ ਜੀ ਦੀ ਮਿਹਰ ਹੋਈ, ਸਤਿਗੁਰੂ ਨੇ ਕਿਰਪਾ ਕੀਤੀ ਅਤੇ ਅੱਜ ਇਹ ਬੱਚਾ ਤੁਹਾਡੇ ਸਾਹਮਣੇ ਆਪਣੇ ਇੱਕ ਬਾਂਹ ਭਾਵੇਂ ਕੱਟੀ ਹੈ, ਤੁਸੀਂ ਇਹਨੂੰ ਕਹੋਗੇ ਨਾ ਆਵਾਜ਼ਾਂ ਬੰਦ ਕਰ, ਇਹ ਬੰਦ ਵੀ ਕਰੂਗਾ, ਖੋਲੂਗਾ ਵੀ, ਚੁੱਕ ਕੇ ਵੀ ਲੈ ਕੇ ਜਾਊਗਾ। ਜਿਹੜੇ ਕੰਮ ਅਸੀਂ 2 ਬਾਹਾਂ ਵਾਲੇ ਨਹੀਂ ਨਾ ਕਰ ਸਕਦੇ, ਇਹ ਬੰਦਾ ਇੱਕ ਬਾਂਹ ਨਾਲ ਹੀ ਕਰ ਦਿੰਦਾ। ਤਾਂ ਕਿੰਨੀ ਕੁ ਮਨ ਨੂੰ ਖੁਸ਼ੀ ਹੋਈ ਜਦੋਂ ਬੱਚਾ ਮਤਲਬ ਕਿ ਸਟੈਂਡ ਹੋ ਗਿਆ? ਵਿਦੇਸ਼ ਦਾ ਵੀ ਤੁਸੀਂ ਇਹਨਾਂ ਦਾ ਇੱਕ ਕਿਹਾ ਕਿ ਕੀਰਤਨ ਕਰਕੇ ਆਇਆ ਵਿਦੇਸ਼ 'ਚ ਵੀ, ਕਿੰਨੀ ਕੁ ਮਨ ਨੂੰ ਖੁਸ਼ੀ ਹੋਈ ਕਿ ਜਿਹਨੂੰ ਮੈਂ ਪਹਿਲੀ ਨਜ਼ਰ 'ਚ ਦੇਖ ਕੇ ਰਿਜੈਕਟ ਕਰ ਦਿੱਤਾ ਸੀ, ਤਾਂ ਸਤਿਗੁਰੂ ਨੇ ਇੰਨੀ ਕਿਰਪਾ ਕੀਤੀ ਕਿ ਅੱਜ ਉਹ ਬਿਲਕੁਲ ਆਪਣੇ ਪੈਰਾਂ 'ਤੇ ਸਟੈਂਡ ਹੈ? 2 ਤਰ੍ਹਾਂ ਦੇ ਪੁੱਤਰ ਹੁੰਦੇ ਨੇ ਦੁਨੀਆ ਵਿੱਚ, ਇੱਕ ਨਾਦੀ, ਇੱਕ ਬਿੰਦੀ। ਬਿੰਦੀ ਪੁੱਤਰ ਉਹ ਨੇ ਜਿਹੜੇ ਤੁਸੀਂ ਪੇਟੋਂ ਜਨਮ ਦਵਾਉਂਦੇ ਆ, ਮਾਂ-ਬਾਪ, ਅਤੇ ਨਾਦੀ ਹੁੰਦੇ ਨਾਦ ਮੈਂ ਨਾ ਆਵਾਜ਼ ਦੇ ਪੁੱਤਰ, ਜਿਹਨੂੰ ਮੂੰਹ ਬੋਲਿਆ ਪੁੱਤਰ ਕਹਿੰਦੇ ਆ ਆਪਾਂ। ਮਹਾਰਾਜ ਨੇ ਬੜੀ ਕਿਰਪਾ ਕੀਤੀ, ਮੈਨੂੰ ਬਹੁਤ ਸਾਰੇ ਪੁੱਤਰ ਬਖਸ਼ੇ, ਧੀਆਂ ਬਖਸ਼ੀਆਂ। ਉਹਨਾਂ ਵਿੱਚੋਂ ਮੇਰਾ ਇਹ ਵੀ ਲਾਡਲਾ ਪੁੱਤਰ ਹੈ, ਜਿਹਨੇ ਮੈਨੂੰ ਵੀ ਇਸ ਸਮਾਜ ਵਿੱਚ ਮਾਣ ਦਵਾਇਆ ਕਿ ਅੱਜ ਲੋਕ ਭਾਵੇਂ ਇਹੀ ਕਹਿਣਗੇ ਕਿ ਭਾਈ ਗੁਰਦੇਵ ਸਿੰਘ ਨੇ ਇਹਨੂੰ ਸਿਖਾਇਆ, ਪਰ ਮੈਂ ਇਹਨੂੰ ਕੁਝ ਨਹੀਂ ਸਿਖਾਇਆ। ਜੇ ਮੈਂ ਕਹਾਂ ਇਹਦੀ ਹਿੰਮਤ ਸੀ, ਇਹਦਾ ਜਜ਼ਬਾ ਸੀ, ਤਾਂ ਇਹਨੇ ਕੀਰਤਨ ਸਿੱਖਿਆ। ਜਿਸ ਉਮਰ ਦੇ ਵਿੱਚ ਇਹ ਮੇਰੇ ਕੋਲ ਆਇਆ ਸੀ ਨਾ, ਹੁਣ ਤਾਂ ਦਾੜਾ ਆਇਆ ਨੂੰ, ਉਦੋਂ ਬਿਲਕੁਲ ਦਾੜਾ ਨਹੀਂ ਹੈਗਾ ਸੀ, ਛੋਟਾ ਜਿਹਾ ਸੀ। ਇਕੱਲੇ ਦਾ ਕਲਕੱਤਿਓਂ ਚੱਲ ਕੇ ਆਉਣਾ ਹੀ ਬੜੀ ਵੱਡੀ ਗੱਲ ਸੀ। ਛੋਟੇ ਬੱਚੇ ਨੂੰ ਕੋਈ ਬੰਦਾ ਟ੍ਰੇਨਾਂ 'ਤੇ ਲੰਮਾ ਸਫ਼ਰ ਨਹੀਂ ਕਰਾਉਂਦਾ, ਜੇ ਕਰਾਊਗਾ ਵੀ ਤਾਂ ਕਿੰਨੇ ਤਰ੍ਹਾਂ ਦੇ ਭੋਜਨ ਪਦਾਰਥ ਉਹਨੂੰ ਬੰਨ੍ਹ ਕੇ ਦਊਗਾ, ਜਾਂ ਉਹਦੀਆਂ ਸੀਟਾਂ AC ਵਾਲੀਆਂ ਕਰਾਊਗਾ। ਇਹ ਵਿਚਾਰਾ ਜਰਨਲ ਡੱਬੇ 'ਚ ਬਹਿ ਕੇ ਆਇਆ ਸੀ ਮੇਰੇ ਕੋਲ, ਮੈਨੂੰ ਪਤਾ ਅੱਜ ਵੀ। ਔਰ ਮੈਨੂੰ ਇੰਨਾ ਵੀ ਪਤਾ ਕਿ ਇਸ ਬੱਚੇ ਦੀ ਜਿਹੜੀ ਮਿਹਨਤ ਆ, ਜਦੋਂ ਅਸੀਂ ਵਿਦਿਆਲਾ ਬਣਾਉਂਦੇ ਸਾਂ ਉਦੋਂ ਇਹ ਰਾਤ ਇੱਥੇ ਪੈਲੀਆਂ ਦੇ ਵਿੱਚ ਸੌਣਾ, ਇਕੱਲੇ ਰਹਿਣਾ, ਕਈ ਵਾਰੀ ਸਾਰਾ ਦਿਨ ਵੀ, ਕਿਉਂਕਿ ਮੈਨੂੰ ਕਈ ਵਾਰੀ ਕੀਰਤਨ 'ਤੇ ਜਾਣਾ ਪੈਂਦਾ ਸੀ। ਇਹਨੇ ਇਸ ਵਿਦਿਆਲੇ ਨੂੰ ਬਣਾਉਣ ਵਿੱਚ ਭਾਈ ਗੁਰਸਾਗਰ ਸਿੰਘ, ਇਹ ਆਪਣਾ
ਮਨਪ੍ਰੀਤ ਸਿੰਘ ਤੇ ਇੱਕ ਇਹਨਾਂ ਨਾਲ ਵਿਕਰਮ ਸਿੰਘ, ਇੱਕ ਕਾਦੀਆਂ ਤੋਂ ਹਰਮਨਦੀਪ ਸਿੰਘ, ਇਹ 3-4 ਬੱਚੇ ਹੁੰਦੇ ਸੀਗੇ ਜਿਨ੍ਹਾਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ। ਔਰ ਉਸ ਟਾਈਮ ਤੇ ਮੀਂਹ ਹਨੇਰੀ ਝੱਖੜ ਵੀ ਇਹਨਾਂ ਨੇ ਸਿਰ ਤੇ ਢਾਏ। ਇਹਨਾਂ ਨਾਲ ਭਾਈ ਗੁਲਾਬ ਸਿੰਘ ਜੀ ਕਰਨਾਲ ਵਾਲੇ ਉਹ ਹੁੰਦੇ ਸੀ। ਉਸ ਟਾਈਮ ਤੇ ਮੈਂ ਇਹਨੂੰ ਵੇਖਦਾ ਸਾਂ ਵੀ ਇੰਨੀ ਜ਼ਿਆਦਾ ਇਹਦੇ 'ਚ ਭਾਵਨਾ ਲੱਗਣ ਸੀ ਕਿ ਨਹੀਂ ਤੇ ਕਈ ਬੰਦੇ ਸੋਚਦੇ ਆ ਕਿ ਮੈਂ ਜੀ ਕੀਰਤਨ ਸਿੱਖਣ ਆਇਆ ਤੇ ਮੇਰੇ ਤੋਂ ਸੇਵਾ ਹੀ ਕਰਾਈ ਜਾਂਦੇ ਨੇ। ਤੇ ਇਸ ਕਰਕੇ ਇਹਦਾ ਜਿਹੜੀ ਜਜ਼ਬਾ ਹੈ ਬਹੁਤ ਸਟਰੋਂਗ ਸੀਗਾ, ਜਿਹਦੇ ਕਰਕੇ ਇਹ ਬੱਚਾ ਕੀਰਤਨੀਆ ਬਣ ਗਿਆ। ਜੀ ਜੀ ਭਾਈ ਸਾਹਿਬ, ਤੁਹਾਡੇ ਕੋਲ ਮਨਪ੍ਰੀਤ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਬੱਚੇ ਆ ਜਿਨ੍ਹਾਂ ਨੂੰ ਤੁਸੀਂ ਕੀਰਤਨ ਸਿਖਾਉਂਦੇ ਜੇ। ਫਿਰ ਇਹ ਤੁਸੀਂ ਕੋਈ ਸੁਸਾਇਟੀ ਬਣਾਈ ਆ ਜਾਂ ਟਰਸਟ ਹੈ ਜਾਂ ਆਪਣੀ ਕਿਰਤ ਕਮਾਈ ਚੋਂ ਦਸਵੰਧ ਕੱਢ ਕੇ ਸਾਰਾ ਕਰਦੇ ਪਏ ਜੀ? ਜੀ ਭਾਈ ਸਾਹਿਬ, ਇਹ ਜਿਹੜਾ ਵਿਦਿਆਲਾ ਬਣਿਆ ਨਾ, ਇਹਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਸਹਿਯੋਗ ਜਿਹੜਾ ਹੈ ਉਹ ਭਾਈ ਅਜੇ ਸਿੰਘ ਜੀ ਬੰਬੇ ਤੋਂ, ਰਠੌੜ ਅਜੇ ਸਿੰਘ ਰਠੌੜ ਜੀ ਹੈਗੇ ਨੇ। ਉਹਨਾਂ ਨੇ ਦਾਸ ਨੂੰ ਬੜਾ ਸਹਿਯੋਗ ਤੇ ਹਿੰਮਤ, ਮੈਨੂੰ ਕਹਿੰਦੇ ਕਰੋ ਤੁਸੀਂ ਅੱਗੇ ਲੱਗੋ ਤੇ ਇਹ ਕੰਮ ਕਰੋ। ਉਹਨਾਂ ਦੇ ਸਹਿਯੋਗ ਨਾਲ ਇੱਥੇ ਸਾਰਾ ਵਿਦਿਆਲਾ ਬਣਿਆ, ਜ਼ਮੀਨ ਲਈ ਗਈ ਹੈ ਇਕੱਲੇ ਪਰਿਵਾਰ ਦੇ। ਉਸ ਤੋਂ ਬਾਅਦ 'ਚ ਕਈ ਹੋਰ ਗੁਰਸਿੱਖ ਜਿਹੜੇ ਨੇ ਉਹ ਇਹਦੇ ਵਿੱਚ ਜੁੜੇ ਹੋਏ ਨੇ। ਹੁਣ ਇਹਦਾ ਖਾਲਸਾ ਕੌਂਸਲ ਗੁਰਮਤਿ ਚੈਰੀਟੇਬਲ ਟਰਸਟ ਇਹਦਾ ਜਿਹੜਾ ਉਹ ਬਣਿਆ ਹੋਇਆ, ਸਾਰੇ ਖਰਚ ਵੀ ਹੁਣ ਉੱਥੋਂ ਹੀ ਚੱਲ ਰਹੇ ਨੇ ਤੇ ਜਿਹੜਾ ਸੰਗਤਾਂ ਦਾ ਸਹਿਯੋਗ ਵੀ ਆ ਉਹ ਵੀ ਉਹਦੇ ਵਿੱਚ ਸਿੱਧਾ ਆਉਂਦਾ ਹੈ। ਤੇ ਉਹ ਮਹਾਰਾਜ ਦੀ ਕਿਰਪਾ ਨਾਲ ਇਹ ਬੱਚੇ ਜਿਹੜੇ ਨੇ ਆਪਣੇ ਆਪ ਸਾਰਾ ਇੱਥੇ ਦਾ ਜਲ ਪਾਣੀ ਆਪਣੀ ਮਰਜ਼ੀ ਨਾਲ ਬਣਾਉਣਾ ਤੇ ਆਪਣੀ ਮਰਜ਼ੀ ਨਾਲ ਛਕਣਾ ਤੇ ਆਪਣੀ ਮਰਜ਼ੀ ਨਾਲ ਹੀ ਦੁਕਾਨ ਤੋਂ, ਇੱਥੇ ਕਰਿਆਨਾ ਸਟੋਰ ਆ ਦਬੁਰਜੀ ਦੇ ਵਿੱਚ, ਉੱਥੋਂ ਇਹ ਬੱਚੇ ਆਪੇ ਹੀ ਸਾਰਾ ਕੁਝ ਖਰੀਦ ਕੇ ਲਿਆਉਂਦੇ। ਮੈਂ ਇਹ ਕਹਾਂ ਕਿ ਹੁਣ ਸਾਡੇ ਕੋਲੇ ਸਾਡੇ ਉਸਤਾਦ ਜੀ ਪ੍ਰਿੰਸੀਪਲ ਬਲਦੇਵ ਸਿੰਘ ਜੀ ਰਿਟਾਇਰ ਹੋ ਕੇ ਆਏ ਨੇ, ਹੁਣ ਆਏ ਨੇ ਇਸ ਵੀਕ ਪਿਛਲੀ 'ਚ। ਅੱਜ ਤੋਂ ਪਹਿਲਾਂ ਸਾਡੇ ਕੋਲ ਕੋਈ ਸਹਿਯੋਗੀ ਟੀਚਰ ਵੀ ਨਹੀਂ ਸੀ, ਨਾ ਸਾਡੇ ਕੋਲ ਕੋਈ ਇੱਦਾਂ ਦਾ ਸ਼ਖਸ ਸੀ। ਥੋੜ੍ਹਾ ਕੁ ਸਮਾਂ ਭਾਈ ਜਸਪਾਲ ਸਿੰਘ ਜੀ ਨੇ ਬਹੁਤ ਸੋਹਣੀ ਸੇਵਾ ਨਿਭਾਈ ਮੁਹਾਲੀ ਵਾਲਿਆਂ ਨੇ, ਉਦੋਂ ਮੈਨੂੰ ਉਹਨਾਂ ਦਾ ਸਹਿਯੋਗ ਮਿਲਿਆ। ਪਰ ਉਹ ਤੋਂ ਇਲਾਵਾ ਬਲਵੰਤ ਸਿੰਘ ਜੀ ਮਲੇਰਕੋਟਲਾ ਵਾਲਿਆਂ ਨੇ ਵੀ ਮੈਨੂੰ ਕਾਫੀ ਸਹਿਯੋਗ ਕੀਤਾ ਕਿ ਰਹਿ ਕੇ ਨਾਲ, ਪਰ ਵਿੱਚ ਇਕੱਲੇ ਬੱਚੇ ਹੁੰਦੇ ਨੇ ਹੁਣ ਵੀ ਕਈ ਵਾਰੀ, ਤੇ ਆਪੇ ਹੀ ਸਾਰਾ ਚਲਾ ਰਹੇ ਨੇ। ਗੁਰੂ ਰਾਮਦਾਸ ਦੀ ਕਿਰਪਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਵਰਤ ਰਹੀ ਹੈ ਤੇ ਇਹ ਅਦਾਰਾ ਆਪਣੇ ਆਪ ਚੱਲ ਰਿਹਾ। ਸਹਿਯੋਗ ਵਾਲੇ ਵੀਰਾਂ ਨੂੰ ਵੀ ਅੱਜ ਤੱਕ ਅਸੀਂ ਅਨਾਊਂਸ ਨਹੀਂ ਕੀਤਾ ਕਦੀ ਕਿਸੇ ਨੂੰ ਸਾਨੂੰ ਪੈਸੇ ਮੋਗੇ, ਪੈਸੇ ਭੇਜੋ। ਇੰਨੀ ਗੱਲ ਮੈਂ ਤੁਹਾਨੂੰ ਦਿਲੋਂ ਦੱਸ ਦਿੰਦਾ, ਜਿੰਨੀਆਂ ਕਿ ਇਹਨਾਂ ਬੱਚਿਆਂ ਦੀਆਂ ਜ਼ਰੂਰਤਾਂ ਹਨ ਉਹ ਕੁਦਰਤ ਆਪਣੇ ਆਪ ਭੇਜ ਦਿੰਦੀ ਹੈ। ਭਾਈ ਕੁਲਵੰਤ ਸਿੰਘ ਜੀ ਨੇ, ਉੱਤਮ ਦੇਸੀ ਘਿਓ ਵਾਲੇ ਲੁਧਿਆਣੇ ਵਾਲੇ, ਉਹ ਇਹਨਾਂ ਨੂੰ ਦੁੱਧ ਭੇਜਦੇ ਨੇ, ਉਹ ਇਹਨਾਂ ਨੂੰ ਬਹੁਤ ਸਪੋਰਟ ਕਰਦੇ ਨੇ। ਭਾਈ ਸਾਹਿਬ, ਜਿਸ ਤਰ੍ਹਾਂ ਕਿ ਮਨਪ੍ਰੀਤ ਸਿੰਘ ਹੈ ਜਾਂ ਇਸ ਤੋਂ ਇਲਾਵਾ ਹੋਰ ਬੱਚੇ ਹੈ, ਇਸ ਤਰ੍ਹਾਂ ਦੇ ਅਨੇਕਾਂ ਹੀ ਬੱਚੇ ਪੂਰੇ ਪੰਜਾਬ ਜਾਂ ਪੂਰੇ ਆਪਾਂ ਆਪਣੇ ਦੇਸ਼ ਵਿੱਚ ਕਹਿ ਲਈਏ ਕਿ ਹੈਗੇ ਹੈ ਜਿਹੜੇ ਕੀਰਤਨ ਨਾਲ ਲੱਗਣਾ ਚਾਹੁੰਦੇ, ਗੁਰੂ ਲੜ ਲੱਗਣਾ ਚਾਹੁੰਦੇ, ਲੇਕਿਨ ਉਹਨਾਂ ਨੂੰ ਅੱਗੇ ਦਾ ਰਾਹ ਨਹੀਂ ਦਿਖ ਪਾਉਂਦਾ। ਕਿ ਤੁਸੀਂ ਅਜਿਹਾ ਅੱਗੇ ਆਉਣ ਵਾਲੇ ਸਮੇਂ 'ਚ ਕਰੋਗੇ ਕਿ ਉਹਨਾਂ ਬੱਚਿਆਂ ਨੂੰ ਵੀ ਅਪਣਾਇਆ ਜਾ ਸਕੇ ਜਾਂ ਸਾਡੀ SGPC ਦਾ ਨਾਲ ਸਹਿਯੋਗ ਲੈ ਕੇ ਇਹਨਾਂ ਬੱਚਿਆਂ ਨੂੰ ਅਪਣਾਇਆ ਜਾ ਸਕੇ? ਫਿਊਚਰ ਵਿੱਚ ਦੇਖੋ, ਹੁਣ ਤੱਕ ਸਾਡੇ ਕੋਲ 15 ਬੱਚਿਆਂ ਦਾ ਪ੍ਰਬੰਧ ਹੈ। ਜੋ ਤੁਸੀਂ ਬੈੱਡ ਮੇਰੇ ਪਿੱਛੇ ਵੇਖ ਰਹੇ ਹੋ, ਐਵੇਂ ਸੇਮ ਬੈੱਡ ਤੁਸੀਂ ਉੱਧਰ ਦੇਖ ਰਹੇ ਹੋ। ਸਾਡਾ ਇੱਥੇ ਸਿਸਟਮ ਇਹ ਆ ਕਿ ਅਸੀਂ ਇੱਕ ਬੈੱਡ ਦਿੰਦੇ ਹਾਂ ਪੂਰਾ ਕੱਪੜੇ ਰੱਖਣ ਨੂੰ, ਇੱਕ ਬੈੱਡ, ਸਿੰਗਲ ਬੈੱਡ ਜਿਹੜਾ ਹੁੰਦਾ, ਉਹਦੇ ਪਿੱਛੇ ਇਹ ਢੋ ਆ, ਉਹਦੇ ਵਿੱਚ ਆਪਣੇ ਛੋਟੇ ਮੋਟੇ ਕੱਪੜੇ ਰੱਖਣ ਨੂੰ, ਲਾਹ ਪਾਉਣ ਨੂੰ, ਇਹ ਜਿਹੜੀਆਂ ਪਿੱਛੇ ਕਿੱਲੀਆਂ ਤੁਸੀਂ ਦੇਖ ਰਹੇ ਹੋ ਪਾਰ, ਉਹ ਸਾਰੀਆਂ ਇੱਕ ਬੱਚੇ ਨੂੰ ਇੰਨਾ ਕੁ ਅਸੀਂ ਪ੍ਰਬੰਧ ਦਿੰਦੇ ਹਾਂ ਵੀ ਆਪਦੇ ਕੱਪੜੇ ਰੱਖ ਸਕੇ, ਆਪਦੇ ਸਮਾਨ ਰੱਖ ਸਕੇ। ਉਹ ਹੁਣ ਤੱਕ ਸਾਡੇ ਕੋਲ 15 ਬੱਚਿਆਂ ਦਾ ਪ੍ਰਬੰਧ ਹੈ। ਜੇ ਗੁਰੂ ਰਾਮਦਾਸ ਨੇ ਕਿਰਪਾ ਕੀਤੀ, ਸਾਡੇ ਕੋਲ 2-2.5 ਕਿੱਲੇ ਜ਼ਮੀਨ ਮੇਰੀ ਪਰਸਨਲ ਲਈ ਹੋਈ ਜਿਹੜੀ ਇੱਥੇ ਹੈਗੀ ਹੈ, ਉਹਦੇ ਵਿੱਚ ਅਸੀਂ ਆਉਣ ਵਾਲੇ ਸਮੇਂ 'ਤੇ ਲੜਕੀਆਂ ਦਾ ਵੀ ਖੋਲ੍ਹਣਾ ਚਾਹੁੰਦੇ ਹਾਂ। ਸਾਡੀ ਮਨ ਦੀ ਇੱਛਾ ਤਾਂ ਹੈਗੀ ਹੈ, ਕਿਉਂਕਿ ਲੜਕਿਆਂ ਦਾ ਹੋ ਗਿਆ, ਲੜਕੀਆਂ ਦਾ ਵੀ ਅਸੀਂ ਕਰ ਸਕੀਏ ਜਿਉਂਦੇ ਜੀ। ਅਤੇ ਜੇ ਸੰਗਤ ਨੇ ਸਪੋਰਟ ਕੀਤਾ, ਗੁਰੂ ਦੀ ਕਿਰਪਾ ਵਰਤੀ, ਅਤੇ ਇਹ ਵਧੇਗਾ ਜ਼ਰੂਰ। ਮੈਂ ਨਾ ਵਧਾ ਸਕਾਂਗਾ, ਪਰ ਹੁਣ ਜਿਸ ਤਰ੍ਹਾਂ ਦਾ ਬੂਟਾ ਲੱਗ ਚੁੱਕਾ, ਹੁਣ ਮਹਾਰਾਜ ਮੇਰੇ ਕਰੂਗਾ। ਔਰ ਇਹ ਟਰਸਟ ਵਿੱਚ ਜਿੰਨੇ ਬੱਚੇ 3 ਸਾਲ ਰਹਿ ਕੇ ਜਾਣਗੇ, ਉਹਨਾਂ ਨੂੰ ਅਸੀਂ ਵਿੱਚੋਂ ਮੈਂਬਰ ਲੈ ਰਹੇ ਹਾਂ। ਇਹ ਬੱਚਿਆਂ ਦਾ ਹੀ ਟਰਸਟ ਅੱਗੇ ਚੱਲੂਗਾ, ਬਾਹਰ ਦਾ ਬੰਦਾ ਕੋਈ ਇਹਦੇ ਵਿੱਚ ਨਹੀਂ ਆ ਕੇ ਵੜ ਸਕਦਾ। ਬੱਚੇ ਹੀ ਟਰਸਟੀ ਹੋਣਗੇ ਆਉਣ ਵਾਲੇ ਫਿਊਚਰ ਵਿੱਚ। ਔਰ ਇਹ ਮੈਂ ਚਾਹੁੰਦਾ ਵਾਂ ਕਿ ਉਸ ਤਰ੍ਹਾਂ ਇਹ ਮੈਨੂੰ ਵੱਧਦਾ ਫਲਦਾ ਦੇਖਾਂ। ਕੋਈ ਵੀ ਸੰਸਥਾ, ਕੋਈ ਵੀ ਆ ਕੇ ਸਾਨੂੰ ਅਗਰ ਸਪੋਰਟ ਕਰਦੀ ਹੈ ਤਾਂ ਅਸੀਂ ਉਹਨੂੰ ਵੈਲਕਮ ਕਰਦੇ ਹਾਂ, ਤਾਂ ਕਿ ਰਲ ਕੇ ਨੌਜਵਾਨ ਪੀੜ੍ਹੀ ਨੂੰ ਜੇ ਬਚਾਉਣਾ ਹੈ ਨਸ਼ਿਆਂ ਤੋਂ, ਤੇ ਰਾਹ ਤੇ ਕੋਈ ਨਾ ਕੋਈ ਉਹਨਾਂ ਨੂੰ ਦਿਖਾਉਣਾ ਪਏਗਾ, ਕਮਾਈ ਦਾ ਰਾਹ ਦਿਖਾਉਣਾ ਪਏਗਾ। ਸੁਹਿਰਦਤਾ ਦੇ ਨਾਲ ਉਹਨਾਂ ਬੱਚਿਆਂ ਦੀ ਬਾਂਹ ਫੜਨੀ ਪਏਗੀ, ਵਿਖਾਵਾ ਨਹੀਂ ਕਰਨਾ ਪਊਗਾ।
ਸਚਾਈ ਰੱਖਣੀ ਪਊਗੀ, ਉਹ ਤਾਂ ਅਦਾਰੇ ਚੱਲਣਗੇ। ਜੇ ਕੋਈ ਪਖੰਡ ਕਰੂਗਾ ਉਹ ਅਦਾਰੇ ਬੰਦ ਹੋ ਜਾਣਗੇ, ਚਾਹੇ ਉਹ ਅਸੀਂ ਹਾਂ ਚਾਹੇ ਕੋਈ ਵੀ ਹੈ। ਜੇ ਸਾਡੇ ਵਿੱਚ ਕੋਈ ਨੁਕਸ ਹੋਇਆ ਇਹ ਨਹੀਂ ਚੱਲ ਸਕੂਗਾ। ਸੱਚ ਪੁਰਾਣਾ ਹੋਵੇ ਨਹੀਂ, ਸੀਤਾ ਕਦੇ ਨਾ ਪਾਟੇ, ਕੂੜ ਨੂੰ ਖੁੱਟੇ ਨਾਨਕਾ ਓੜਕ ਸੱਚ ਰਹੀ। ਅਸੀਂ ਮਹਾਰਾਜ ਗੁਰੂ ਰਾਮਦਾਸ ਦੇ ਚਰਨਾਂ 'ਚ ਬੇਨਤੀ ਕਰਦੇ ਹਾਂ, ਸੱਚੇ ਪਾਤਸ਼ਾਹ ਜਿਵੇਂ ਪਿਛਲੇ ਕਾਫੀ ਲੰਮੇ ਸਮੇਂ ਤੋਂ ਸਤਿਗੁਰੂ ਤੋਂ ਸੇਵਾ ਲਈਏ, ਤੁਸੀਂ ਇਹ ਸਾਡੇ ਤੋਂ ਸੇਵਾ ਲਈ, ਅੱਗੋਂ ਵੀ ਉਹਨਾਂ ਨੇ ਹੀ ਸੇਵਾ ਲੈਣੀ ਹੈ। ਜੇ ਉਹ ਚਾਹਣਗੇ ਵੀ ਬਹੁਤ ਖੁੱਲ੍ਹ ਜਾਏ, ਬਹੁਤ ਖੁੱਲ੍ਹ ਜਾਏਗਾ। ਜੀ ਬਿਲਕੁਲ। ਜੇ ਅੱਜ ਜਿਸ ਤਰ੍ਹਾਂ ਦਾ ਹੈ ਨਾ, ਮੇਰੀ ਇਹਨੂੰ ਬਹੁਤ ਵੱਡਾ ਕਰਨ ਦੀ ਇੱਛਾ ਹੈ, ਤੇ ਜੇ ਮੇਰੀ ਇੱਛਾ ਹੁੰਦੀ ਤੇ ਕੁਝ ਨਹੀਂ ਹੋਣਾ ਸੀ। ਹੋਇਆ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਹੀ ਹੋਇਆ। ਅੱਗੋਂ ਵੀ ਜੇ ਮਹਾਰਾਜ ਨੇ ਚਾਹਿਆ ਤੇ ਜ਼ਰੂਰ ਖੁੱਲ੍ਹੇਗਾ। ਜੀ ਜੀ, ਤਾਂ ਇਹ ਸੀ ਭਾਈ ਗੁਰਦੇਵ ਜੀ ਜੋ ਸੰਤ ਹਰਦੇਵ ਸਿੰਘ ਸੰਗੀਤ ਵਿਦਿਆ ਜਿਹੜਾ ਵਿਦਿਆਲਿਆ ਚਲਾ ਰਿਹਾ। ਤਾਂ ਸਾਡੇ ਨਾਲ ਸੰਗੀਤ ਅਧਿਆਪਕ ਵੀ ਮੌਜੂਦ ਹੈ, ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ, ਜਦੋਂ ਮਨਪ੍ਰੀਤ ਨੂੰ ਸੰਗੀਤ ਸਿਖਾਉਣ ਲਈ ਤੁਸੀਂ ਆਏ ਤਾਂ ਦੇਖਿਆ ਜਦੋਂ ਉਹਦੀ ਬਾਜ਼ੂ ਨਹੀਂ ਹੈ, ਤਾਂ ਵਿਲੱਖਣ ਜਿਹੜਾ ਇੱਕ ਤੁਹਾਨੂੰ ਸਟੂਡੈਂਟ ਮਿਲਿਆ ਕਹਿ ਸਕਦੇ ਹਾਂ। ਅੱਜ ਤੋਂ ਪਹਿਲੇ ਪੂਰੀ ਜ਼ਿੰਦਗੀ 'ਚ ਅਜਿਹੇ ਸਟੂਡੈਂਟ ਨੂੰ ਕਦੀ ਸਿਖਾਇਆ ਜੀ? ਦਰਅਸਲ ਭਾਈ ਗੁਰਦੇਵ ਸਿੰਘ ਉਹਨਾਂ ਨੇ ਤੁਹਾਨੂੰ ਦੱਸਿਆ ਹੈ ਭਈ ਮੈਨੂੰ ਆਏ ਨੂੰ ਇੱਥੇ ਹਫ਼ਤਾ ਕੁ ਹੋਇਆ ਹੈ। ਜੀ ਇਹ ਬੱਚੇ ਨੂੰ ਇਹਨਾਂ ਨੇ ਸਿਖਾਇਆ ਹੈ। ਜੀ ਔਰ ਮੈਂ ਵੇਖਿਆ ਸਪੋਰਟਸ ਦੇ ਵਿੱਚ ਜਿਹੜੇ ਨਾ ਅੰਗਹੀਣ ਲੋਕ ਬੱਚੇ, ਉਹ ਮੈਂ ਵੇਖਿਆ ਉਹਨਾਂ ਨੂੰ ਤੈਰਾਕ ਵੀ ਔਰ ਹੋਰ ਵੀ ਕਈ ਤਰ੍ਹਾਂ ਦੀਆਂ ਗੇਮਾਂ, ਪਰ ਕੀਰਤਨ ਕਰਦਾ ਜਾਂ ਵਾਜਾ ਵਜਾਉਣਾ ਅੰਗਹੀਣ ਬੱਚਾ ਔਰ ਪੈਰ ਦੇ ਨਾਲ, ਇਹ ਪਹਿਲੀ ਵਾਰ ਆ। ਔਰ ਇਹ ਭਾਈ ਗੁਰਦੇਵ ਸਿੰਘ ਉਹਨਾਂ ਤੇ ਮਹਾਰਾਜ ਗੁਰੂ ਰਾਮਦਾਸ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਤੇ ਇਹ ਰਸਤਾ ਕੱਢਿਆ ਤੇ ਬੱਚੇ ਨੂੰ ਜਿਹੜੀ ਕੀਰਤਨ ਦੀ ਦਾਤ ਮਿਲੀ ਆ। ਜੀ ਜੀ। ਤਾਂ ਹੁਣ ਤੁਸੀਂ ਕੁਝ ਦਿਨਾਂ ਤੋਂ ਇੱਥੇ ਆ ਰਹੇ ਜੇ, ਸੰਗੀਤ ਹੋਰ ਜਿਹੜਾ ਬੱਚਿਆਂ ਨੂੰ ਸਿਖਾ ਰਹੇ ਜੇ, ਤਾਂ ਕਿੰਨਾ ਕੁ ਇੱਥੇ ਆਨੰਦ ਮਿਲਦਾ ਬੱਚਿਆਂ ਨੂੰ ਸਿਖਾਉਣ ਲੱਗਿਆਂ? ਜਾਂ ਬੱਚੇ ਵੀ ਕਿੰਨੀ ਕੁ ਖੁਸ਼ੀ ਦੇ ਨਾਲ ਤੁਹਾਡੇ ਕੋਲ ਸਿੱਖਦੇ? ਕਿਉਂਕਿ ਸੰਗੀਤ ਇੱਕ ਅਜਿਹੀ ਚੀਜ਼ ਹੈ, ਜਿੰਨੀ ਦੇਰ ਤੱਕ ਬੰਦੇ ਦਾ ਅੰਦਰਲਾ ਮਨ ਨਾ ਖੁਸ਼ ਹੋਵੇ ਉਨੀ ਦੇਰ ਤੱਕ ਅਸੀਂ ਨਹੀਂ ਸਿਖਾ ਸਕਦੇ। ਬਿਲਕੁਲ, ਸੰਗੀਤ ਸਿੱਖਣਾ ਵੀ ਇਕਾਗਰਤਾ ਦਾ ਕੰਮ ਆ ਤੇ ਸਿਖਾਉਣਾ ਵੀ ਆ। ਜਿੰਨਾ ਚਿਰ ਇਕਾਗਰਤਾ ਨਹੀਂ, ਧਿਆਨ ਨਹੀਂ ਆ, ਕਿਉਂਕਿ ਸਾਰਾ ਕੁਛ ਹੀ ਧਿਆਨ ਤੇ ਟਿਕਿਆ ਹੈ। ਜੇ ਤੁਸੀਂ ਆ ਮਾਈਕ ਫੜਿਆ, ਜੇ ਤੁਹਾਡਾ ਧਿਆਨ ਇੱਧਰ ਨਹੀਂ ਤੇ ਇੱਧਰ ਉੱਧਰ ਜਾਏਗਾ। ਹਾਂਜੀ, ਸਾਰਾ ਕੁਛ ਧਿਆਨ ਤੇ ਟਿਕਿਆ ਹੈ, ਰਿਆਜ਼ ਤੇ ਟਿਕਿਆ ਹੈ। ਮੈਂ ਬੱਚਿਆਂ ਨੂੰ ਸਮਝਾਉਣਾ ਵੀ ਆ ਵੀ ਜੇ ਤੁਸੀਂ ਸਵੇਰੇ ਸਾਹ ਲਾ ਰਹੇ ਜੇ, ਰਿਆਜ਼ ਕਰ ਰਹੇ ਜੇ, ਤੇ ਜੇ ਤੁਸੀਂ ਸੁਰ ਦੇ ਨਾਲ ਇੱਕ ਨਹੀਂ ਨਾ, ਜੇ ਤੁਹਾਡਾ ਧਿਆਨ ਬਾਹਰ ਆ ਤੇ ਤੁਹਾਨੂੰ ਕੋਈ ਰਸ ਨਹੀਂ ਆ ਰਿਹਾ, ਕੋਈ ਆਨੰਦ ਨਹੀਂ ਆ ਰਿਹਾ। ਕਿਉਂਕਿ ਮੈਂ ਤੇ ਸਾਰੀ ਉਮਰ ਸਿਖਾਇਆ। ਸ਼ਹੀਦ ਸਿੱਖ ਮਿਸ਼ਨਰੀ ਕਾਲਜ ਹੈਡਸ਼ਿਪ ਮੇਰੇ ਕੋਲ ਹੋਣ ਕਰਕੇ ਐਜ਼ ਏ ਪ੍ਰਿੰਸੀਪਲ, ਉਦੋਂ ਮੇਰੇ ਰੁਝੇਵੇਂ ਜ਼ਿਆਦਾ ਸੀਗੇ, ਪਰ ਕਲਾਸ ਫਿਰ ਵੀ ਨਹੀਂ ਛੱਡੀ ਤੇ ਸਾਰੀ ਉਮਰ ਸਿਖਾਇਆ ਹੈ। ਹੁਣ ਫਿਰ ਮੈਨੂੰ ਮੌਕਾ ਮਿਲਿਆ ਹੈ ਭਾਈ ਗੁਰਦੇਵ ਸਿੰਘ ਹੋਣੀ, ਇਹ ਕਿਉਂਕਿ ਇਹ ਖੁਦ ਬੜੀ ਦੇਰ ਤੋਂ ਜਦੋਂ ਤੋਂ ਇਹਨਾਂ ਨੇ ਕੀਰਤਨ ਦੇ ਨਾਲ ਨਾਲ ਇਹ ਬੱਚਿਆਂ ਨੂੰ ਸਿਖਾ ਵੀ ਰਹੇ ਨੇ। ਤੇ ਮੇਰੇ ਉੱਥੇ ਕਾਲਜ ਪੜ੍ਹਾਉਂਦੇ ਸਮੇਂ ਵੀ ਇਹਨਾਂ ਨੇ ਮੈਨੂੰ ਕਿਹਾ ਵੀ ਤੁਸੀਂ ਸਾਡੇ ਕੋਲ ਆਓ, ਪਰ ਮੈਨੂੰ ਇੰਨਾ ਨਹੀਂ ਪਤਾ ਵੀ ਇਹ ਪ੍ਰੋਜੈਕਟ ਬਾਰੇ ਬਹੁਤੀ ਸਾਡੀ ਗੱਲਬਾਤ ਨਹੀਂ ਕਦੀ ਹੋਈ। ਤੇ ਹੁਣ ਕਾਫੀ ਦੇਰ ਤੋਂ ਅਸੀਂ ਸੰਪਰਕ ਵਿੱਚ ਸੀਗੇ ਤੇ ਚਲੋ ਸਮਾਂ ਮਿਲਿਆ, ਹੁਣ ਮੈਂ ਇੱਥੇ ਆਇਆ। ਕੋਸ਼ਿਸ਼ ਕਰਾਂਗੇ ਵੀ ਵੱਧ ਤੋਂ ਵੱਧ ਜਿਹੜਾ ਵਿਦਿਆਰਥੀ ਆ ਇਹਨਾਂ ਨੂੰ ਵਿਦਿਆ ਦਿੱਤੀ ਜਾਵੇ, ਵੱਧ ਤੋਂ ਵੱਧ ਸੰਗੀਤ ਸਿਖਾਇਆ ਜਾਵੇ। ਜੀ ਜੀ ਜੀ। ਤਾਂ ਇਹ ਸੀ ਮਨਪ੍ਰੀਤ ਸਿੰਘ ਜੋ ਕਿ ਅੰਗਹੀਨ ਸੀ ਤੇ ਬਹੁਤ ਵਧੀਆ ਜਿਹੜਾ ਹੈ ਹਾਰਮੋਨੀਅਮ ਪਲੇ ਕਰਦੇ ਆ, ਤੇ ਨਾਲ ਉਹਨਾਂ ਦੇ ਉਸਤਾਦ ਜੀ ਸੀ ਹਜ਼ੂਰੀ ਰਾਗੀ ਭਾਈ ਗੁਰਦੇਵ ਸਿੰਘ ਜੀ, ਜਿਨ੍ਹਾਂ ਵੱਲੋਂ ਕਿ ਉਸ ਨੂੰ ਸਿੱਖਿਆ ਦਿੱਤੀ ਗਈ। ਤਾਂ ਹੁਣ ਜਿਹੜਾ ਮਨਪ੍ਰੀਤ ਦਾ ਸੰਗੀਤ ਹੈ ਉਹ ਦੇਸ਼ ਨਹੀਂ ਪੂਰੇ ਵਿਦੇਸ਼ਾਂ ਦੇ ਵਿੱਚ ਵੀ ਜਿਹੜਾ ਹੈ ਰਸਮੀਨਾ ਕੀਰਤਨ ਸੰਗਤਾਂ ਨੂੰ ਸੁਣਾ ਚੁੱਕੇ ਹੈ। ਤਾਂ ਇਹ ਸੀ ਇੱਕ ਵੱਖਰੀ ਜਿਹੜੀ ਖਬਰ ਹੈ ਦਿਖਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਅੰਗਹੀਨ ਨੌਜਵਾਨਾਂ ਨੂੰ ਜੋ ਕਿ ਅੰਗਹੀਨ ਹੋਣ ਤੋਂ ਬਾਅਦ ਹੌਸਲਾ ਛੱਡ ਦਿੰਦੇ ਆ। ਤਾਂ ਉਹਨਾਂ ਨੌਜਵਾਨਾਂ ਨੂੰ ਮਨਪ੍ਰੀਤ ਸਿੰਘ ਵੱਲ ਦੇਖ ਕੇ ਸੇਧ ਲੈਣ ਦੀ ਲੋੜ ਹੈ। ਕੈਮਰਾਮੈਨ ਪ੍ਰਦੀਪ ਦੇ ਨਾਲ ਮੁਕੇਸ਼ ਮਹਿਰਾ, ਸੁਰਖਾਬ ਟੀਵੀ, ਅੰਮ੍ਰਿਤਸਰ।